ਦੇ ਵਿੱਚ ਟੋਟਲ ਜਿਹੜੇ ਆ 49 ਟੋਲ ਪਲਾਜ਼ਾ ਇਸ ਟਾਈਮ ਹੈ, ਜਿਹਦੇ ਵਿੱਚ 27 ਟੋਲ ਪਲਾਜ਼ਾ ਜਿਹੜੇ ਆ ਉਹ ਸਰਕਾਰ ਸੈਂਟਰ ਦੇ ਹੈ, ਬਾਕੀ 22 ਟੋਲ ਪਲਾਜ਼ਾ ਜਿਹੜੇ ਆ ਪੰਜਾਬ ਸਰਕਾਰ ਦੇ ਹੈ। 12 ਮਈ ਨੂੰ ਜਿਹੜੇ ਵੀ ਸੈਂਟਰ ਸਰਕਾਰ ਦੇ ਟੋਲ ਪਲਾਜ਼ਾ ਸੀ ਉਹ ਸਾਰੇ ਉਹਨਾਂ ਦਾ ਟੈਂਡਰ ਕੈਂਸਲ ਕਰਕੇ ਉਹ ਆਪਣੇ ਅੰਡਰ ਲੈ ਲਏ। ਜਿੰਨਾ ਵੀ ਉਹਨਾਂ ਦਾ ਸਟਾਫ था वो सारा उन्होंने घर भेज दिया। अगर जल्दी से जॉब धरना या कोई भी मसला हल नहीं होता है तो हमारे जॉब जाएंगे। इस हालत में हम परिवार समेत रोड पे आएंगे। हो सकता है कि हमारे इसमें कोई आत्महत्या करने की कोशिश भी करेगा। पंजाब ਵਿੱਚ ਜਿੰਨੇ ਟੋਲ ਪਲਾਜ਼ੇ ਹੈ ਤਕਰੀਬਨ ਹਰ ਟੋਲ ਪਲਾਜ਼ੇ ਤੇ ਇਸ ਤਰ੍ਹਾਂ ਦਾ ਸੰਘਰਸ਼ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਦੀਆਂ ਮੰਗਾਂ ਨੂੰ ਉਠਾਇਆ ਜਾ ਰਿਹਾ ਹੈ। बट अगर कंपनी ਨੂੰ ਹੀ ਕੋਈ ਇਨਕਮ ਨਹੀਂ ਹੋਏਗੀ, ਟੋਲ ਪਲਾਜ਼ਾ ਬੰਦ ਰਹਿਣਗੇ, ਕੰਪਨੀ ਨੂੰ ਨੁਕਸਾਨ ਹੋਏਗਾ, ਉਹ ਸਾਨੂੰ ਕਿੱਥੋਂ ਸੈਲਰੀਆਂ ਪ੍ਰੋਵਾਈਡ ਕਰਨਗੇ। ਇਸ ਨਾਲ ਸਾਡੇ ਪੰਜਾਬ ਦੇ ਬੱਚਿਆਂ ਨੂੰ ਹੀ ਨੁਕਸਾਨ ਹੋ ਰਿਹਾ ਹੈ, ਸਾਨੂੰ ਨੁਕਸਾਨ ਹੋ ਰਿਹਾ ਹੈ। ਇਸ ਲਈ ਆਹੀ ਕਹੂੰਗੇ ਕਿ ਜਲਦ ਤੋਂ ਜਲਦ ਸਾਡਾ ਟੋਲ ਪਲਾਜ਼ਾ ਖੋਲ੍ਹਿਆ जाए। अभी 45% अभी जो कंपनी सैलरी दे रही है, आगे ऐसा भी अंदेशा हो रहा है कि वो भी ना मिले, क्योंकि हमारे जो नेशनल हाईवेज के टोल्स थे वो सारे बंद हो चुके। खेती कानून ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇसी ਤਹਿਤ ਕਈ ਟੋਲ ਪਲਾਜ਼ਾ ਤੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਹੈ, ਪਰ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਨੂੰ ਘਰ ਦਾ ਖਰਚ ਚਲਾਉਣਾ ਵੀ ਮੁਸ਼ਕਿਲ ਹੋ ਰਿਹਾ ਹੈ। ਅਸੀਂ ਇਸ ਵਕਤ ਖੜੇ ਹਾਂ ਬੜੌਦੀ ਟੋਲ ਪਲਾਜ਼ਾ ਤੇ, ਜਿੱਥੇ ਕਿ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਤਸਵੀਰਾਂ ਦਿਖਾਣ। ਟੋਲ ਪਲਾਜ਼ਾ ਦੇ ਕਰਮਚਾਰੀ ਇੱਥੇ ਕਾਫੀ ਵੱਡੀ ਗਿਣਤੀ ਵਿੱਚ ਖੜੇ ਆ ਤੇ ਉਹਨਾਂ ਨੇ हाथों 'ਚ फ्लैक्स फड़े हुए तो लिखा हुआ सेव माई जॉब, सेव माई फैमिली, सेव पंजाब टोल स्टाफ ਅਤੇ ਨਾਲ ਹੀ ਮੇਰੀ ਨੌਕਰੀ ਬਚਾਓ, ਮੇਰਾ ਪਰਿਵਾਰ ਬਚਾਓ, ਪੰਜਾਬ ਦੇ ਟੋਲ ਸਟਾਫ ਨੂੰ ਬਚਾਓ, ਕਿਉਂਕਿ ਕਾਫੀ ਮੰਦੀ ਦੇ ਹਾਲਾਤ ਦੇ ਵਿੱਚ ਇਹ ਇਸ ਵਕਤ ਗੁਜ਼ਰ ਰਹੇ ਨੇ ਤੇ ਘਰ ਦਾ ਖਰਚਾ ਚਲਾਉਣਾ ਵੀ ਇਹਨਾਂ ਨੂੰ ਮੁਸ਼ਕਿਲ ਹੋ ਚੁੱਕਿਆ ਹੈ। ਗੱਲਬਾਤ ਕਰਦੇ ਹਾਂ ਟੋਲ ਪਲਾਜ਼ਾ ਤੇ ਕਰਮਚਾਰੀਆਂ ਦੇ ਨਾਲ ਕਿ ਕੀ ਉਹਨਾਂ ਦੀਆਂ ਮੰਗਾਂ ਹੈ ਤੇ ਕੀ ਕਹਿਣਾ ਚਾਹੁੰਦੇ ਹੋ। ਸਰ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਤੁਸੀਂ ਇੱਥੇ ਧੁੱਪਾਂ ਦੇ ਵਿੱਚ ਵੀ ਖੜੇ ਹੋ। ਸਰ ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਕਰਦਾ, ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਸਾਡੀ ਆਵਾਜ਼ ਉੱਥੇ ਤੱਕ ਪਹੁੰਚਾਈ। ਪੰਜਾਬ ਦੇ ਵਿੱਚ ਟੋਟਲ ਜਿਹੜੇ ਆ 49 ਟੋਲ ਪਲਾਜ਼ਾ ਇਸ ਟਾਈਮ ਹੈ, ਜਿਹਦੇ ਵਿੱਚ 27 ਟੋਲ ਪਲਾਜ਼ਾ ਜਿਹੜੇ ਆ ਉਹ ਸਰਕਾਰ ਸੈਂਟਰ ਦੇ ਹੈ, ਬਾਕੀ 22 ਟੋਲ ਪਲਾਜ਼ਾ ਜਿਹੜੇ ਆ ਪੰਜਾਬ ਸਰਕਾਰ ਦੇ ਹੈ। ਸੈਂਟਰ ਸਰਕਾਰ ਨੇ 12 ਮਈ ਨੂੰ ਜਿਹੜੇ ਵੀ ਸੈਂਟਰ ਸਰਕਾਰ ਦੇ ਟੋਲ ਪਲਾਜ਼ਾ ਸੀ ਉਹ ਸਾਰੇ ਉਹਨਾਂ ਦਾ ਟੈਂਡਰ ਕੈਂਸਲ ਕਰਕੇ ਉਹ ਆਪਣੇ ਅੰਡਰ ਲੈ ਲਏ। ਜਿੰਨਾ ਵੀ ਉਹਨਾਂ ਦਾ ਸਟਾਫ था ਉਹ ਸਾਰਾ ਉਹਨਾਂ ਨੇ ਘਰ ਭੇਜ ਦਿੱਤਾ। ਹੁਣ ਜਿਹੜੇ ਸਾਡੇ ਟੋਲ ਪਲਾਜ਼ੇ 22 ਟੋਲ ਪਲਾਜ਼ੇ ਆ ਇਹ BOT ਬੇਸਿਸ ਤੇ ਇਹ ਪੰਜਾਬ ਸਰਕਾਰ ਦੇ ਅਧੀਨ ਹੈ, ਇਹਨਾਂ ਦੇ ਸੈਂਟਰ ਸਰਕਾਰ ਦੇ ਕੋਈ ਲੈਣਾ ਦੇਣੀ ਹੈ। ਸਾਨੂੰ ਵੀ ਖਤਰਾ ਇਹ ਹੈ ਵੀ ਸਾਨੂੰ ਵੀ ਸਟਾਫ ਨੂੰ ਸਾਨੂੰ ਘਰ ਜਾਣਾ ਪੈ ਸਕਦਾ ਹੈ। ਕਿਉਂ ਕੰਪਨੀ ਪਹਿਲੇ ਥੋੜੀ ਤਨਖਾਹ ਦਿਆ ਕਰਦੀ ਸੀ, ਫਿਰ 45% ਕਰ ਦਿੱਤੀ, ਹੁਣ ਕੰਪਨੀ ਨੇ ਵੀ ਆਪਣੇ ਹੱਥ ਪਿੱਛੇ ਕੱਢ ਲਏ। ਕਿਉਂ ਇੰਨਾ ਬਜਟ ਕੰਪਨੀ ਦੇ ਕੋਲ ਵੀ ਨਹੀਂ ਹੈ। ਸਾਡੀਆਂ ਇਹ ਗੁਜ਼ਾਰਿਸ਼ ਹੈ, ਅਸੀਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹੈ, ਕਿਸਾਨਾਂ ਦੇ ਨਾਲ ਖੜਾਂਗੇ। ਅਸੀਂ ਵੀ ਕਿਸਾਨ ਦੇ ਬੱਚੇ ਹੈ। ਜਿਹੜੇ ਟੋਲ ਪਲਾਜ਼ੇ ਦੇ ਵਰਕਰ ਹੈ ਉਹ ਸਾਡੇ ਹੀ ਕਿਸਾਨਾਂ ਦੇ ਬੇਟੇ ਹੈ, ਮਜ਼ਦੂਰਾਂ ਦੇ ਬੇਟੇ ਹੈ, ਜਿਨ੍ਹਾਂ ਕੋਲ ਕਿਸੇ ਕੋਲ 2 ਕਨਾਲ ਜ਼ਮੀਨ ਹੈ, ਕਿਸੇ ਕੋਲ 4 ਕਨਾਲ ਜ਼ਮੀਨ ਹੈ। ਉਹਨਾਂ ਨੂੰ ਅਗਰ 3500 ਰੁਪਈਆ ਤਨਖਾਹ ਮਿਲਦੀ ਕਿਸ ਤਰ੍ਹਾਂ ਗੁਜ਼ਾਰਾ ਕਰੋਗੇ। ਸਾਡੀ ਇਹੀ ਸੈਂਟਰ ਸਰਕਾਰ ਨੂੰ ਵੀ ਅਪੀਲ ਹੈ, ਪੰਜਾਬ ਸਰਕਾਰ ਨੂੰ ਵੀ ਅਪੀਲ ਹੈ ਤੇ ਕਿਸਾਨ ਵੀਰਾਂ ਨੂੰ ਵੀ ਅਪੀਲ ਹੈ ਵੀ ਸਾਨੂੰ ਕੋਈ ਧਰਨੇ ਦੀ ਪ੍ਰੋਬਲਮ ਨਹੀਂ ਹੈ। ਸਾਨੂੰ ਪ੍ਰੋਬਲਮ ਇਹ ਹੀ ਹੈ ਵੀ ਸਾਨੂੰ ਤੁਸੀਂ ਟੋਲ ਦਾ ਕੰਮ ਚਲਾਉਣ ਦਿਓ, ਤੁਸੀਂ ਧਰਨਾ ਸਾਈਡ ਤੇ ਬੈਠ ਲਓ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਸਰ ਆਪਣੀ ਕਿੰਨੀ ਸੈਲਰੀ ਹੈ ਤੇ ਇਸ ਟਾਈਮ ਕਿੰਨੀ ਸੈਲਰੀ ਮਿਲ ਰਹੀ ਹੈ ਤੇ ਘਰ ਦਾ ਖਰਚ ਚਲਾਉਣ 'ਚ कितनी औकड़ आ रही है। घर का खर्चा करवाने की मुश्किल आ रही है क्योंकि सैलरी 45% मिल रही है। 45% में आज के ज़माने महंगाई में गुजारा नहीं होता है। अरे 8 महीने से टोल प्लाजा बंद है। किसान जो बैठे हैं धरने पे उनको हमने बिजली सप्लाई, पानी सब कुछ दिया है 8 महीने से। एक टोल बंद होने से किसानों को क्या फ़ायदा है हमारे समझ में नहीं आ रहा है। बाकी सारी चीज़ें चालू है, इसलिए हम किसान भाई राज्य सरकार केंद्र सरकार से विनती करते हैं कि हमारे टोल चालू किए जाए। ਮੈਡਮ ਤੁਸੀਂ ਕਾਫੀ ਵਕਤ ਤੋਂ ਟੋਲ ਤੇ ਕੰਮ ਕਰਦੇ ਸੀਗੇ ਤੇ ਕੀ ਔਕੜ ਆ ਰਹੀ ਹੈ ਇਸ ਵਕਤ ਸਭ ਤੋਂ ਜ਼ਿਆਦਾ। ਸਰ ਸਾਡਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਇਸ ਲਈ 45% ਸੈਲਰੀ ਤੋਂ 8 ਮਹੀਨੇ ਤੋਂ ਸਾਡਾ ਟੋਲ ਪਲਾਜ਼ਾ ਬੰਦ ਹੈ। ਇਸ ਨਾਲ ਸਾਡੇ ਪੰਜਾਬ ਦੇ ਬੱਚਿਆਂ ਨੂੰ ਹੀ ਨੁਕਸਾਨ ਹੋ ਰਿਹਾ ਹੈ, ਸਾਨੂੰ ਨੁਕਸਾਨ ਹੋ ਰਿਹਾ ਹੈ। ਇਸ ਲਈ ਆਹੀ ਕਹੂੰਗੇ ਕਿ ਜਲਦ ਤੋਂ ਜਲਦ ਸਾਡਾ ਟੋਲ ਪਲਾਜ਼ਾ ਖੋਲ੍ਹਿਆ ਜਾਵੇ। ਮੈਡਮ ਕਿੰਨੀ ਸੈਲਰੀ ਮਿਲ ਰਹੀ ਹੈ ਇਸ ਵਕਤ ਤੇ ਫ੍ਰੀ ਟਾਈਮ ਤੁਸੀਂ ਹੁਣ ਕਿਆ ਕਰ ਰਹੇ ਹੋ, ਕਿਉਂਕਿ ਪਹਿਲਾਂ ਤਾਂ ਟੋਲ ਪਲਾਜ਼ਾ ਤੇ ਹੁੰਦੇ ਸੀਗੇ ਤੇ ਡਿਊਟੀ ਕਰਦੇ ਸੀਗੇ ਤੇ ਹੁਣ ਵਿਹਲੇ ਟਾਈਮ ਕੀ ਕਰਦੇ ਹੋ। ਸਰਕਾਰੀ ਰਹਿੰਦੇ ਆ, ਹੋਰ ਕਿਆ ਕਰ ਸਕਦੇ ਆ। ਅੱਜ ਕੱਲ੍ਹ ਦੇ ਟਾਈਮ 'ਤੇ ਜੋਬ ਵੀ ਨਹੀਂ ਮਿਲ ਰਹੀ ਹੈ ਕਰੋਨਾ ਕਰਕੇ। ਇਸ ਕਰਕੇ ਆਹੀ ਕਹੂੰਗੇ ਕਿ ਮਤਲਬ ਸਾਡਾ ਟੋਲ ਚਾਲੂ ਕਰਿਆ ਜਾਵੇ ਜਲਦ ਤੋਂ ਜਲਦ। ਤੁਹਾਡੇ ਜਿਹੜੇ ਟੋਲ ਪਲਾਜ਼ਾ ਹੈ ਉਹ ਪੰਜਾਬ ਸਰਕਾਰ ਦੇ ਟੋਲ ਪਲਾਜ਼ਾ ਹੈ, ਕਿਉਂਕਿ ਜਿਹੜਾ ਪ੍ਰਦਰਸ਼ਨ ਉਹ ਕੇਂਦਰ ਸਰਕਾਰ ਦੇ ਖਿਲਾਫ ਕਰ ਰਿਹਾ ਹੈ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਸਾਨਾਂ ਨੂੰ।
ਕਿਸਾਨਾਂ ਨੂੰ ਆਹੀ ਕਹਾਂਗੇ ਕਿ ਤੁਹਾਡੇ ਹੀ ਬੱਚੇ ਆ ਜਿਹੜੇ ਐਵੇਂ ਕੰਮ ਕਰ ਰਹੇ ਆ, ਤਾਂ ਸਾਨੂੰ ਪਲੀਜ਼ ਜਲਦ ਤੋਂ ਜਲਦ ਸਾਡੇ ਟੋਲ ਖੋਲ੍ਹੇ ਤਾਂ ਕਿ ਤੁਹਾਡੇ ਬੱਚਿਆਂ ਨੂੰ ਵੀ ਨੁਕਸਾਨ ਨਾ ਹੋਵੇ। ਭਾਜੀ ਇੱਕ ਗੱਲ ਜਿਹੜੀ ਦੇਖਣ ਨੂੰ ਸਾਹਮਣੇ ਆਉਂਦੀ ਹੈ, ਟੋਲ ਪਲਾਜ਼ਾ ਦੇ ਕਾਫੀ ਜਿਹੜੇ ਕਰਮਚਾਰੀ ਹੁੰਦੇ ਆ ਉਹ ਪੰਜਾਬ ਤੋਂ ਬਾਹਰ ਤੋਂ ਵੀ ਆ ਕੇ ਕੰਮ ਕਰਦੇ ਆ। ਸਕੂਲਾਂ ਦੇ ਬੱਚਿਆਂ ਦੀ ਫੀਸਾਂ ਹੁੰਦੀਆਂ ਤੇ ਹੋਰ ਘरेलू खर्चे है, बिजली के बिल है, ਤੁਸੀਂ किस तरह नजिठते हो सारे खर्चे ਨੂੰ? सर बिल्कुल घर का खर्चा चलाना बहुत मुश्किल हो चुका है। अभी 45% अभी जो कंपनी सैलरी दे रही है, आगे ऐसा भी अंदेशा हो रहा है कि वो भी ना मिले, क्योंकि हमारे जो नेशनल हाईवेज़ के टोल्स थे वो सारे बंद हो चुके हैं, उनके एम्प्लॉय सड़क पे आ चुके हैं। तो मेरा किसानों से और मेरी राज्य सरकार से मेरा यही एक अपील है कि मुझे हम लोगों को ये बताया जाए कि इस टोल प्लाज़ा के बंद करने से किसानों को क्या फ़ायदा हो रहा है। इनिशियली अगर आपने देखा होगा, आपने भी सोचा होगा, 8 महीने पहले जब हमारे इन्होंने जब एजिटेशन चालू किया था तो उस टाइम पे सारी चीज़ें बंद की गई थी, लेकिन धीरे धीरे रिलायंस के पेट्रोल पंप्स खोल दिए गए, मॉल्स खोल दिए गए, लेकिन हमारा जो टोल प्लाज़ा है वो अभी तक नहीं खुला है। और हम जो किसानों के जो नेता हैं वो ये बोलते हैं कि वो जो लोकल जो रिलायंस के पेट्रोल पंप्स हैं वो लोकल नेताओं के हैं या लोकल लोगों के हैं, इसलिए वो खोल दिए गए। लेकिन अब आप सोचिए कि हमने क्या गलतियाँ की हैं, ये अन्याय हमारे साथ ही क्यों हो रहा है। तो हमारी यही किसानों को यही हमारी एक हम उनसे यही कहना चाहेंगे कि हम उनके साथ हैं, लेकिन उनका जो प्रदर्शन है वो केंद्र सरकार के लिए होना चाहिए, ना कि राज्य सरकार के लिए। और राज्य सरकार को इससे कोई नुकसान, मतलब जो नुकसान हो रहा है वो राज्य सरकार को हो रहा है, केंद्र सरकार को इससे कोई मतलब नहीं है। और उसकी वजह से हमारे पंजाब में एम्प्लॉयमेंट का बहुत नुकसान होगा, हम लोग घर बैठ जाएंगे, उससे किसी को कोई फ़ायदा नहीं होने वाला। सर कितने टोटल मुलाजिम है यहाँ पे? यहाँ हमारे पूरे पंजाब में करीबन 800 से 900 हैं जो हमारी कंपनी के हैं। वैसे टोटल 3500 से ज़्यादा एम्प्लॉयज़ हैं, उनके परिवार पूरे के पूरे बेकार हो जाएंगे। तो नेशनल हाईवेज़ का भी ऐसा ही हो गया। ਪ੍ਰੀਤ ਕੌਰ ਹੈ ਤੇ ਕਿੰਨੇ ਸਾਲ ਤੋਂ ਤੁਸੀਂ ਟੋਲ ਪਲਾਜ਼ਾ ਤੇ ਕੰਮ ਕਰ ਰਹੇ ਹੋ? ਸਰ। ਮੈਂ ਇੱਥੇ 2015 ਤੋਂ ਕੰਮ ਕਰਦੀ ਹਾਂ ਤੇ ਇੰਨੇ ਸਾਲਾਂ ਦੇ ਵਿੱਚ ਜੋ ਦਿੱਕਤ ਸਾਨੂੰ ਹੁਣ ਆਈ ਆ ਉਹ ਕਦੇ ਵੀ ਨਹੀਂ ਆਈ ਹੈਗੀ। ਹਾਲਾਂਕਿ ਕੰਪਨੀ ਸਾਡਾ ਬਹੁਤ ਸਾਥ ਦੇ ਰਹੀ ਹੈ, ਬਟ ਕੰਪਨੀ ਵੀ ਕਦੋਂ ਤੱਕ ਸਾਥ ਦੇਵੇਗੀ? ਦੇਖੋ ਹੁਣ ਤੁਸੀਂ ਕਿ 8 ਮਹੀਨਿਆਂ ਤੋਂ ਜਿਹੜੇ ਹੈਗੇ ਆ ਟੋਲ ਬੰਦ ਪਏ ਆ। ਹੁਣ ਤੱਕ ਕੰਪਨੀ ਸਾਨੂੰ 45% ਜਿਹੜੀ ਹੈਗੀ ਆ ਉਹ ਸੈਲਰੀ ਦੇ ਰਹੀ ਸੀਗੀ, ਬਟ ਅਗਰ ਕੰਪਨੀ ਨੂੰ ਹੀ ਕੋਈ ਇਨਕਮ ਨਹੀਂ ਹੋਏਗੀ, ਟੋਲ ਪਲਾਜ਼ਾ ਬੰਦ ਰਹਿਣਗੇ, ਕੰਪਨੀ ਨੂੰ ਨੁਕਸਾਨ ਹੋਏਗਾ, ਉਹ ਸਾਨੂੰ ਕਿੱਥੋਂ ਸੈਲਰੀਆਂ ਪ੍ਰੋਵਾਈਡ ਕਰੇਗੀ? ਤੇ ਸਾਡੇ ਵੀ ਪਰਿਵਾਰ ਆ, ਅਸੀਂ ਵੀ ਕਿਤੇ ਨਾ ਕਿਤੇ ਤੋਂ ਗੁਜ਼ਾਰਾ ਕਰਨਾ ਹੈ। ਮਹਿੰਗਾਈ ਵੱਧ ਰਹੀ ਹੈ ਤੇ ਇਸ ਮਹਿੰਗਾਈ ਵਧਣ ਦੇ ਵਿੱਚ ਅਗਰ ਸਾਨੂੰ ਕਿਸੇ ਤੋਂ ਇਨਕਮ ਨਹੀਂ ਹੋਏਗੀ ਤਾਂ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰਾਂਗੇ? ਤੇ ਸਾਨੂੰ ਇਹ ਬਹੁਤ ਦਿੱਕਤ ਆ ਰਹੀ ਹੈ ਤੇ ਸਾਨੂੰ ਮੈਂ ਸਰਕਾਰ ਨੂੰ ਇਹੀ ਅਪੀਲ ਕਰਦੀ ਹਾਂ ਕਿ ਕਿਸਾਨਾਂ ਦੀ ਸੁਣੀ ਜਾਏ, ਅਸੀਂ ਕਿਸਾਨਾਂ ਦੇ ਨਾਲ ਆ ਤੇ ਉਹਨਾਂ ਦੇ ਨਾਲ ਸਾਡੀ ਵੀ ਸੁਣੀ ਜਾਏ, ਟੋਲ ਪਲਾਜ਼ਾ ਜਿਹੜੇ ਹੈਗੇ ਚਲਾਏ ਜਾਣ। ਕਿੰਨੇ ਦਿਨ ਦਾ ਤੁਸੀਂ ਅਲਟੀਮੇਟਮ ਦਿੰਦੇ ਹੋ ਕਿ ਇੰਨੇ ਦਿਨਾਂ 'ਚ ਤੁਹਾਡਾ ਜੋ ਹੱਲ ਹੋਣਾ ਚਾਹੀਦਾ? ਸਰ ਇਹ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਘੱਟ ਤੋਂ ਘੱਟ ਜਿਹੜਾ ਸਮਾਂ ਹੈਗਾ 1 ਹਫ਼ਤੇ ਦੇ ਅੰਦਰ ਇਹ ਚਲਾ ਦਿੱਤੇ ਜਾਣ, ਕਿਉਂਕਿ ਸਾਨੂੰ ਹੁਣ ਤੱਕ ਬਹੁਤ ਨੁਕਸਾਨ ਹੋ ਚੁੱਕਿਆ। ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਕਿਹੜੇ ਟੋਲ ਪਲਾਜ਼ਾ ਤੇ ਕੰਮ ਕਰਦੇ ਹੋ? ਮੈਂ ਇਸੇ ਵਿਰੋਧੀ ਟੋਲ ਪਲਾਜ਼ਾ ਤੇ ਕੰਮ ਕਰ ਰਿਹਾ ਜੀ। ਤੇ ਕੀ ਮੰਗਾਂ ਨੇ ਤੁਹਾਡੀਆਂ? ਸਾਡੀਆਂ ਮੰਗਾਂ ਸਭ ਤੋਂ ਜਿਹੜੀ ਮੇਨ ਮੰਗ ਆ ਸਾਡੀ ਉਹ ਇਹੀ ਹੈ ਕਿ ਟੋਲ ਪਲਾਜ਼ੇ ਜਿਹੜੇ ਉਹ ਚਾਲੂ ਕੀਤੇ ਜਾਣ। ਸਾਡਾ ਕਿਸਾਨੀ ਸੰਘਰਸ਼ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਹੈ, ਅਸੀਂ ਕਿਸਾਨਾਂ ਦੇ ਨਾਲ ਹਾਂ। ਸਾਡੀਆਂ ਆਪਣੀਆਂ ਅਲੱਗ ਮੰਗਾਂ ਹੈਗੀਆਂ। ਸਾਡੀਆਂ ਜਲਦੀ ਤੋਂ ਜਲਦੀ ਟੋਲ ਪਲਾਜ਼ਾ ਸ਼ੁਰੂ ਕੀਤੇ ਜਾਣ ਤਾਂ ਕਿ ਜਿਹੜੀ ਹੈ ਸਾਰੇ ਵਰਕਰਾਂ ਨੂੰ, ਜਿਹੜਾ 3500 ਪਰਿਵਾਰ ਦੇ ਕਰੀਬ ਜਿਹੜਾ ਹੈ ਉਹ ਸਿੱਧੇ ਤੌਰ ਤੇ ਇਹਨਾਂ ਟੋਲਾਂ ਨਾਲ ਜੁੜਿਆ ਹੋਇਆ ਹੈ। ਅਸਿੱਧੇ ਤੌਰ ਤੇ ਹੋਰ ਵੀ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਜੁੜੇ ਹੋਏ ਆ। ਅਸੀਂ ਇਹੀ ਚਾਹੁੰਦੇ ਹਾਂ ਕਿ ਉਹ ਸਾਰੇ ਦੇ ਸਾਰੇ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਰੋਜੀ ਰੋਟੀ ਮਿਲ ਸਕੇ, ਇਸ ਕਰਕੇ ਇਹ ਟੋਲ ਪਲਾਜ਼ੇ ਚਾਲੂ ਕੀਤੇ। ਅਗਰ ਤੁਹਾਡਾ ਇਹ ਮੰਗਾਂ ਦਾ ਹੱਲ ਨਹੀਂ ਹੁੰਦਾ, ਤੁਹਾਡਾ ਕੋਈ ਨਿਵਾਰਨ ਨਹੀਂ ਹੁੰਦਾ ਸਮੱਸਿਆਵਾਂ ਦਾ, ਤਾਂ ਤੁਹਾਡਾ ਅਗਲਾ ਕਦਮ ਹੋਊਗਾ ਕੀ? ਸਾਡਾ ਸੋਚ ਕੇ ਦੱਸਾਂਗੇ ਜੀ ਕਿ ਕਿਸ ਤਰ੍ਹਾਂ ਪੂਰੇ ਵੈਸੇ ਤਾਂ ਅਸੀਂ ਸੜਕ ਤੇ ਆ ਜਾਵਾਂਗੇ, ਬਟ ਫਿਰ ਵੀ ਅਸੀਂ ਇਹ ਅਗਲਾ ਸਟੈਪ ਕੀ ਹੋਏਗਾ ਇਹ ਆਪਾਂ ਸਾਰੇ ਡਿਸਾਈਡ ਕਰਾਂਗੇ ਬੈਠ ਕੇ ਵੀ ਅਗਲਾ ਸਟੈਪ ਕੀ ਹੋਣਾ ਚਾਹੀਦਾ ਉਹ ਦੇਖ ਲਾਂਗੇ। ਜਿਸ ਤਰ੍ਹਾਂ ਬੜੌਦੀ ਟੋਲ ਪਲਾਜ਼ਾ ਤੇ ਸਿਰਫ ਬੜੌਦੀ ਦੇ ਸਟਾਫ ਵੱਲੋਂ ਹੀ ਅੱਜ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਾਂ ਹੋਰ ਵੀ ਤੁਹਾਡੇ ਨਾਲ ਸਾਥ? ਪੰਜਾਬ ਵਿੱਚ ਜਿੰਨੇ ਟੋਲ ਪਲਾਜ਼ੇ ਹੈ ਤਕਰੀਬਨ ਹਰ ਟੋਲ ਪਲਾਜ਼ੇ ਤੇ ਇਸ ਤਰ੍ਹਾਂ ਦਾ ਸੰਘਰਸ਼ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਦੀਆਂ ਮੰਗਾਂ ਨੂੰ ਉਠਾਇਆ ਜਾ ਰਿਹਾ ਹੈ। ਤੇ ਸਾਡਾ ਤਾਂ ਅਸੀਂ ਸਿਰਫ ਇੱਥੇ ਜਿਹੜੇ ਅੱਜ ਇਕੱਠੇ ਹੋਏ ਹਾਂ ਉਹ ਸਿਰਫ ਇਹ ਬੜੌਦੀ ਟੋਲ ਪਲਾਜ਼ਾ ਦੇ ਹਾਂ ਜਿਹੜੇ ਉਹ ਇਕੱਠੇ ਹੋਏ। ਇਸ ਸਮੱਸਿਆ ਨੂੰ ਲੈ ਕੇ ਕੋਈ ਕਮੇਟੀ ਵੀ ਦਾ ਵੀ ਗਠਨ ਕੀਤਾ ਗਿਆ? ਨਹੀਂ, ਕਿਸੇ ਤਰ੍ਹਾਂ ਦੀ ਅਜੇ ਤੱਕ ਕਿਸੇ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ। ਇਹ ਤਾਂ ਵਰਕਰਾਂ ਨੇ ਆਪਣੇ ਤੌਰ ਤੇ ਆਪਣੀਆਂ ਮੰਗਾਂ ਨੂੰ ਸਰਕਾਰ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਚੈਨਲ ਦੇ ਥਰੂ, ਤੇ ਅਜੇ ਤੱਕ ਹੋਰ ਕਿਸੇ ਤਰ੍ਹਾਂ ਦੀ ਕਮੇਟੀ ਵਗੈਰਾ ਦਾ ਕੋਈ ਗਠਨ ਨਹੀਂ। ਇਹ ਸਨ ਬੜੌਦੀ ਟੋਲ ਪਲਾਜ਼ਾ ਦੇ ਮੁਲਾਜ਼ਮ ਤੇ ਇਹਨਾਂ ਦੀ ਇੱਕੋ ਮੰਗ ਹੈ ਵੀ ਜਿਹੜੇ ਟੋਲ ਪਲਾਜ਼ੇ ਆ ਪੰਜਾਬ ਦੇ ਖੋਲ੍ਹੇ ਜਾਣ, ਕਿਉਂਕਿ 3500 ਦੇ ਕਰੀਬ ਜਿਹੜੇ ਇੱਥੇ ਮੁਲਾਜ਼ਮ ਹੈ ਉਹ ਇੱਥੇ ਨੌਕਰੀ ਕਰਦੇ ਆ ਤੇ ਉਹਨਾਂ ਨੂੰ ਇਸ ਵਕਤ ਘਰ ਦਾ ਖਰਚਾ ਚਲਾਉਣਾ ਵੀ ਔਖਾ ਹੋ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕਦੋਂ ਇਹਨਾਂ ਟੋਲ ਪਲਾਜ਼ਿਆਂ ਨੂੰ ਚਾਲੂ ਕਰਦੀ ਹੈ ਤੇ ਕੀ ਇਹਨਾਂ ਦਾ ਰੋਜ਼ਗਾਰ ਫਿਰ ਤੋਂ ਦੁਬਾਰਾ ਮੁੜ ਤੇ ਪਟਰੀ ਤੇ ਆਉਂਦਾ।